ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਜੀ, ਪੰਜਾਬ ਸਟਾਰ ਨੂੰ ਤੁਸੀਂ YouTube ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸਾਰੇ ਹੀ ਜਿੰਨੇ ਪ੍ਰੋਗਰਾਮ ਪੰਜਾਬ ਸਟਾਰ TV ਤੇ ਪੇਸ਼ ਕੀਤੇ ਜਾਂਦੇ ਨੇ ਸਾਰੇ ਤੁਸੀਂ YouTube ਤੇ ਵੀ ਦੇਖ ਸਕਦੇ ਹੋ। YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣੇ ਵਿਚਾਰ ਵੀ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਸਕਰੀਨ ਦੇ ਥੱਲੇ ਨੰਬਰ ਤੇ ਈਮੇਲ ਸਭ ਆ ਰਿਹਾ ਹੈ, ਤੁਸੀਂ ਉੱਥੇ ਆਪਣੇ ਜਿਹੜਾ ਵੀ ਮਾਧਿਅਮ ਤੁਹਾਨੂੰ ਚੰਗਾ ਲੱਗਦਾ ਉਹਦੇ ਮਾਧਿਅਮ ਰਾਹੀਂ ਸਾਡੇ ਤੱਕ ਤੁਸੀਂ ਆਪਣੇ ਵਿਚਾਰ ਪਹੁੰਚਾ ਸਕਦੇ ਹੋ। ਅੱਜ ਫਿਰ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ। ਬੜਾ ਹਲਕਾ ਫੁਲਕਾ ਜਿਹਾ ਵਿਸ਼ਾ ਹੈ, ਆਪਣੇ ਸੱਭਿਆਚਾਰ ਦੇ ਨਾਲ ਸੰਬੰਧਿਤ ਵਿਸ਼ਾ ਹੈ। ਸੱਭਿਆਚਾਰ ਐਕਚੁਅਲੀ ਸੱਭਿਆਚਾਰ ਹੈ ਕੀ, ਇਹਦੇ ਬਾਰੇ ਚਰਚਾ ਕਰਾਂਗੇ। ਸੱਭਿਆਚਾਰ ਪੰਜਾਬ ਜਾਂ ਜਿਹੜੇ ਲੋਕ ਹੁਣ ਪੰਜਾਬ ਤੋਂ ਬਾਹਰ ਆ ਗਏ ਨੇ ਉਹ ਕਿਸ ਤਰ੍ਹਾਂ ਸੱਭਿਆਚਾਰ ਨੂੰ ਸਾਂਭ ਕੇ ਰੱਖ ਰਹੇ ਨੇ ਜਾਂ ਸੱਭਿਆਚਾਰ ਹੌਲੀ ਹੌਲੀ ਆਪਣਾ ਜਿਹੜਾ ਵਿਸਰਦਾ ਜਾ ਰਿਹਾ। ਇਸ ਵਿਸ਼ੇ 'ਤੇ ਅੱਜ ਫਿਰ ਮੇਰੇ ਨਾਲ ਹਾਜ਼ਰ ਨੇ ਸਟੂਡੀਓ ਵਿੱਚ ਹਰਕੀਰਤ ਜੀ, ਜਿਹੜੇ ਕਿ ਇਸ ਵਿਸ਼ੇ 'ਤੇ ਮੇਰੇ ਨਾਲ ਚਰਚਾ ਕਰਨਗੇ, ਆਪਣੇ ਵਿਚਾਰ ਦੇਣਗੇ। ਹਰਕੀਰਤ ਜੀ, ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਜਿਵੇਂ ਆਪਾਂ ਗੱਲ ਕਰ ਰਹੇ ਸੀ ਹਰਕੀਰਤ ਜੀ ਵੀ ਪੰਜਾਬੀ ਸੱਭਿਆਚਾਰ, ਜੇ ਖਾਸ ਕਰਕੇ ਕਿਉਂਕਿ ਆਪਾਂ ਪੰਜਾਬੀਅਤ ਪੰਜਾਬ ਨਾਲ ਸੰਬੰਧ ਰੱਖਦੇ ਹਾਂ, ਸੋ ਪੰਜਾਬੀ ਸੱਭਿਆਚਾਰ ਦੀ ਜੇ ਗੱਲ ਕਰੀਏ, ਪਹਿਲੀ ਗੱਲ ਤਾਂ ਇਹ ਤੁਸੀਂ ਆਪਣੇ ਵਿਚਾਰ ਦਿਓ ਜ਼ਰੂਰ ਵੀ ਐਕਚੁਅਲ 'ਚ ਸੱਭਿਆਚਾਰ ਹੈ ਕੀ, ਕਲਚਰ ਹੈ ਕੀ, ਕਿਹਨੂੰ ਆਪਾਂ ਕਲਚਰ ਕਹਿੰਦੇ ਹਾਂ। ਸਿਮਰਤ ਜੀ, ਪਹਿਲੀ ਤੁਸੀਂ ਜਿਹੜਾ ਸਵਾਲ ਤੁਸੀਂ ਬਹੁਤ ਵਧੀਆ ਪੁੱਛਿਆ ਕਿ ਸੱਭਿਆਚਾਰ ਹੈ ਕੀ। ਸੱਭਿਆਚਾਰ ਨੂੰ ਬਹੁਤ ਆਪਾਂ ਇੱਕ ਛੋਟਾ ਵਰਡ ਯੂਜ਼ ਕਰਦੇ ਹਾਂ, ਇੱਕ ਵਰਡ ਵਿੱਚ ਆਪਾਂ ਉਹਨੂੰ ਸਮੇਟ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ। ਜਦ ਕਿ ਸੱਭਿਆਚਾਰ ਕਦੇ ਵੀ ਐਡਾ ਛੋਟਾ ਨਹੀਂ ਹੈ। ਸੱਭਿਆਚਾਰ ਦਾ ਜੇ ਆਪਾਂ ਬ੍ਰੌਡ ਸਪੈਕਟਰਮ ਵਿੱਚ ਗੱਲ ਕਰੀਏ ਕਿ ਸੱਭਿਆਚਾਰ ਇੱਕ ਸਾਡਾ ਜੀਣ ਦਾ ਤਰੀਕਾ, ਇਹ ਵੇ ਆਫ ਲਾਈਫ ਹੈ। ਸੋ ਵੇ ਆਫ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ ਸਾਡੇ ਰੀਤੀ ਰਿਵਾਜ ਕੀ ਨੇ, ਸਾਡੇ ਸਵੇਰ ਤੋਂ ਸ਼ਾਮ ਤੱਕ ਜਿੱਦਾਂ ਅਸੀਂ ਰਹਿੰਦੇ ਸੀ, ਜਿਸ ਮਾਹੌਲ ਵਿੱਚ ਅਸੀਂ ਰਹਿੰਦੇ ਸੀ, ਉਹ ਸਾਰਾ ਕੁਝ ਨਾਲ ਕੰਬਾਈਨ ਹੋ ਕੇ ਇੱਕ ਸੱਭਿਆਚਾਰ ਬਣਦਾ। ਠੀਕ ਹੈ। ਉਹ ਰੀਤੀ ਰਿਵਾਜ ਇਕੱਲੇ ਇੱਥੇ ਨਹੀਂ ਹੈ ਕਿ ਰੀਤੀ ਰਿਵਾਜ ਸਿਰਫ ਤਿਉਹਾਰਾਂ ਦੇ ਰੀਤੀ ਰਿਵਾਜ, ਸਾਡੇ ਵਿਆਹਾਂ ਸ਼ਾਦੀਆਂ ਦੇ ਰੀਤੀ ਰਿਵਾਜ, ਸਾਡੇ ਇਕੱਲੇ ਤਿਉਹਾਰ ਦੇ ਨਾਲ, ਇਕੱਲੇ ਸੀਜ਼ਨ ਦੇ ਨਾਲ, ਇਕੱਲੇ ਜਿਵੇਂ ਇੱਥੇ ਆਪਾਂ ਫਾਲ ਦੀ ਕੋਸ਼ਿਸ਼ ਕਰਦੇ ਕਿ ਫਾਲ ਦੇ ਅਲੱਗ ਤਿਉਹਾਰ ਹੁੰਦੇ ਨੇ, ਜਾਂ ਸਮਰ, ਜਾਂ ਫਿਰ ਜਿਵੇਂ ਆਪਾਂ ਕਹਿ ਲਈਏ ਕਿ ਸਰਦੀਆਂ ਦੀ ਅਲੱਗ ਤਿਉਹਾਰ। ਆਪਾਂ ਪੰਜਾਬੀ 'ਚ ਜਦੋਂ ਜੇ ਖਾਸ ਕਰਕੇ ਆਪਾਂ ਜ਼ਿਮੀਂਦਾਰੀ ਕਿੱਤੇ ਦੇ ਨਾਲ ਸੰਬੰਧਿਤ ਹਾੜੀ ਸੌਣੀ, ਉਹਦੇ ਵੱਖਰੇ ਤਿਉਹਾਰ ਨੇ। ਬਿਲਕੁਲ ਜੀ, ਉਹ ਸਾਰਾ ਕੁਝ ਮਿਲਾ ਕੇ ਹੀ ਸੱਭਿਆਚਾਰ ਬਣਦਾ। ਸਿਰਫ 4 ਗਾਣੇ ਗਾ ਦੇਣਾ, ਉਹ ਬੋਲੀਆਂ ਜਾਂ ਇੱਦਾਂ ਦੀ ਚੀਜ਼ ਨੂੰ ਆਪਾਂ ਜੇ ਆਪਾਂ ਸੱਭਿਆਚਾਰ ਕਹਾਂਗੇ, ਮੈਂ ਉਸ ਦੇ ਨਾਲ ਸਹਿਮਤ ਨਹੀਂ ਹੈ ਕਿ ਸੱਭਿਆਚਾਰ ਸਿਰਫ ਇਕੱਲਾ ਗਾਣਾ ਵਜਾਉਣ ਨੂੰ ਇਹ ਸੱਭਿਆਚਾਰ ਆਪਾਂ ਕਹਿੰਦੇ ਹਾਂ। ਕਿਉਂਕਿ ਹੁਣ ਜ਼ਿਆਦਾਤਰ ਜਦ ਵੀ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖੀਏ, ਆਪਣੇ ਸੱਭਿਆਚਾਰ ਦੇ ਨਾਲ ਜੁੜੀਏ, ਤਾਂ ਉਹ ਲੋਕ ਕੀ ਕਰਦੇ ਨੇ ਜੀ, ਇੱਕ ਪ੍ਰੋਗਰਾਮ ਕਰਵਾ ਲਿਆ, ਉਹ 'ਚ ਗਾਣੇ ਬਜਾ ਲਏ, ਕੁਛ ਮਿਊਜ਼ਿਕ ਬਜਾ ਲਿਆ, ਜਾਂ ਇੰਡੀਆ ਤੋਂ ਸਿੰਗਰ ਬਣਾ ਲਏ, ਉਹ ਬੁਲਾ ਕੇ, ਮਤਲਬ ਉਹ ਉਸ ਚੀਜ਼ ਨੂੰ ਹੀ ਸੱਭਿਆਚਾਰ ਦਾ ਨਾਂ ਦੇਣ ਦੀ ਕੋਸ਼ਿਸ਼ ਕਰਦੇ। ਹਾਂ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਹਰਕੀਰਤ ਜੀ ਵੀ ਸੱਭਿਆਚਾਰ ਨੂੰ ਸਿਰਫ ਗਾਣੇ ਵਜਾਣੇ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਚੀਜ਼ਾਂ 'ਤੇ ਸੀਮਿਤ ਕਰਕੇ ਰੱਖ ਦਿੱਤਾ ਹੈ। ਬੜੀ ਹੈਰਾਨੀ ਹੁੰਦੀ ਹੈ ਅਤੇ ਬੜੀ ਨਿਰਾਸ਼ਾ ਵੀ ਹੁੰਦੀ ਹੈ। ਬਹੁਤ ਸਾਰੇ ਜਦੋਂ TV ਚੈਨਲਸ 'ਤੇ ਸੱਭਿਆਚਾਰ ਦੇ ਨਾਂ 'ਤੇ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਉਹਦੇ ਵਿੱਚ ਗਾਉਣਾ ਵਜਾਉਣਾ ਤਾਂ ਚਲੋ ਉਹਦਾ ਇੱਕ ਹਿੱਸਾ ਹੁੰਦਾ ਹੀ ਹੈ। ਜਦੋਂ ਜਿਹੜੇ ਉੱਥੇ ਕੰਟੈਸਟੈਂਟ ਹੁੰਦੇ ਨੇ, ਜਿਹੜੇ ਉਹਦੇ ਵਿੱਚ ਭਾਗ ਲੈਂਦੇ ਨੇ ਬੱਚੇ ਬੱਚੀਆਂ, ਜਦੋਂ ਉਹਨਾਂ ਨੂੰ ਗੂੜ ਸੱਭਿਆਚਾਰ ਦੇ ਵਿੱਚੋਂ ਕੁਝ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਤਾਂ ਬਹੁਤਿਆਂ ਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਹੁੰਦਾ ਵੀ ਐਕਚੁਅਲੀ ਇਹ ਵੀ ਸਾਡੇ ਸੱਭਿਆਚਾਰ ਦਾ ਅੰਗ ਹੈ। ਦੇਖੋ ਸਿਮਰਤ ਜੀ, ਗੱਲ ਇਹ ਕਿ ਆਪਾਂ ਇੱਕ ਸਿੰਬਲਾਈਜ਼ ਕਰ ਦਿੱਤਾ ਸੱਭਿਆਚਾਰ ਨੂੰ। ਠੀਕ ਹੈ ਜੀ, ਘੜਾ ਰੱਖ ਲਿਆ, ਉਹ ਸੱਭਿਆਚਾਰ ਹੈ। ਖੂਹ ਹੈ, ਉਹ ਸੱਭਿਆਚਾਰ ਹੈ। ਠੀਕ ਹੈ ਜੀ, ਚਰਖਾ ਉਹ ਸੱਭਿਆਚਾਰ ਹੈ। ਜਦ ਕਿ ਇਹ ਕੋਈ ਸੱਭਿਆਚਾਰ ਨਹੀਂ ਹੈ, ਉਹ ਹਿੱਸਾ, ਉਹਦਾ ਪਾਰਟ ਹੈ। ਉਸ ਚਰਖੇ ਦੀ ਲੋੜ ਕਿਉਂ ਪੈਂਦੀ ਸੀ, ਚਰਖੇ ਦਾ ਕੰਮ ਕੀ ਸੀ, ਚਰਖੇ ਦੀ ਅਹਿਮੀਅਤ ਕੀ ਸੀ, ਉਹ ਸੱਭਿਆਚਾਰ ਹੈ। ਚਰਖਾ ਜੁੜਿਆ ਕਿਹਦੇ ਨਾਲ ਹੋਇਆ ਸੀ, ਚਰਖੇ ਨੂੰ ਸਾਨੂੰ ਮਿਲਦਾ ਕੀ ਸੀ। ਚਰਖਾ ਇੱਕ ਜਿਹਨੂੰ ਕਹਿੰਦੇ ਸੀ, ਇੱਕ ਧਰੀ ਸੀ, ਇੱਕ ਉਹ ਚੀਜ਼ ਸੀ ਜਿੱਥੋਂ ਅਸੀਂ ਆਪਣੇ ਕੱਪੜੇ ਬੁਣਾਇਆ ਕਰਦੇ ਸੀ, ਇੱਥੇ ਬੁਣਦੇ ਸੀ। ਖੇਸ, ਦਰੀਆਂ, ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ, ਉਹ ਜਿਹੜੀਆਂ ਸਾਡੇ ਡੇਲੀ ਯੂਜ਼ ਵਿੱਚ ਚੀਜ਼ਾਂ ਆਉਂਦੀਆਂ ਸੀ। ਕਿਉਂਕਿ ਉਦੋਂ ਸ਼ੁਰੂਆਤੀ ਦੌਰ ਸੀ, ਇਹ ਜਿਹੜੀ ਸਾਇੰਸ ਇੰਨੀ ਵਿਕਸਿਤ ਨਹੀਂ ਸੀ। ਸੋ ਜਿਹੜੇ ਉਹਨਾਂ ਨੂੰ ਸਰੋਤ ਲੱਭੇ ਵੀ ਇਹਦੇ ਨਾਲ ਅਸੀਂ ਆਹ ਚੀਜ਼ ਕਰ ਸਕਦੇ, ਉਹ ਉਹਨਾਂ ਨੇ ਇਜਾਦ ਕੀਤੀ ਅਤੇ ਉਹ ਹੌਲੀ ਹੌਲੀ ਸੱਭਿਆਚਾਰ ਦਾ ਹਿੱਸਾ ਬਣਦੇ ਗਏ। ਬਿਲਕੁਲ ਜੀ, ਬਿਲਕੁਲ ਉਸੇ ਤਰ੍ਹਾਂ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀਆਂ ਸਿੰਬਲਸ ਨੇ, ਹੁਣ ਸਿੰਬਲ ਹੈ, ਖੂਹ ਨੇ, ਕਿਉਂਕਿ ਉਸ ਟਾਈਮ ਪਾਣੀ ਜਿਹੜਾ ਸੀ ਉਹ ਖੂਹਾਂ 'ਚੋਂ ਮਿਲਦਾ ਸੀ, ਇੱਕ ਸਰੋਤ ਸੀ ਉਹ। ਦੈਟ ਵਾਜ਼ ਵਾਟ ਯੂ ਕਾਲ ਦੈਟ, ਕਿ ਇੱਕੋ ਉੱਥੋਂ ਜ਼ਰੀਆ ਸੀ ਉਸ ਪਾਣੀ ਨੂੰ ਕਰਨ ਦਾ। ਜਦ ਪਾਣੀ ਨੂੰ ਜ਼ਰੀਆ ਸੀ ਤਾਂ ਉਹ ਖੇਤਾਂ ਨੂੰ ਪਾਣੀ ਖੂਹ ਤੋਂ ਦਿਆ ਕਰਦੇ ਸੀ, ਪੀਣ ਦਾ ਪਾਣੀ ਖੂਹ ਤੋਂ ਦਿਆ ਕਰਦੇ ਸੀ। ਸੋ ਆਪਾਂ ਉਹਨੂੰ ਸਿੰਬਲ ਬਣਾ ਲਿਆ ਜੀ ਕਿ ਇਹ ਸਾਡਾ ਸੱਭਿਆਚਾਰ ਹੈ, ਖੂਹ ਸਾਡਾ
ਖੂਹ ਸਾਡਾ ਸੱਭਿਆਚਾਰ ਨਹੀਂ ਹੈ। ਜਿਹੜੀ ਉਹਦੇ ਨਾਲ ਜੁੜੀਆਂ ਚੀਜ਼ਾਂ, ਜਿਹੜੇ ਜੁੜੇ ਕਿੱਤੇ ਨੇ, ਜਿਹੜੀ ਉਹਦੇ ਨਾਲ ਜੁੜੀਆਂ ਚੀਜ਼ਾਂ ਨੇ, ਉਹ ਸਾਡਾ ਸੱਭਿਆਚਾਰ ਹੈ। ਕਿਉਂਕਿ ਮੈਂ ਤਾਂ ਵੈਸੇ ਦੇਖਿਆ ਨਹੀਂ ਗਾ, ਕਹਿੰਦੇ ਖੂਹਾਂ ਤੋਂ ਪਹਿਲਾਂ ਜਿਹੜੇ ਹੁਣ ਸੀਗੇ ਉਹਨਾਂ ਤੋਂ ਪਹਿਲਾਂ ਕਹਿੰਦੇ ਚਰਸ ਚੱਲਦੇ ਹੁੰਦੇ ਸੀਗੇ, ਉਹ ਇੱਕ ਵੱਖਰਾ ਤਰੀਕਾ ਸੀਗਾ ਖੇਤਾਂ ਨੂੰ ਪਾਣੀ ਦੇਣ ਦਾ। ਫਿਰ ਖੂਹ ਆ ਗਏ, ਟਿੰਡਾਂ ਵਾਲੇ ਖੂਹ ਆ ਗਏ, ਫਿਰ ਉਸ ਤੋਂ ਬਾਅਦ ਹੁਣ ਮੋਟਰਾਂ ਆ ਗਈਆਂ, ਮੋਟਰਾਂ ਤੋਂ ਬਾਅਦ ਫਿਰ ਹੁਣ ਸਬਮਰਸੀਬਲ ਮੋਟਰਸ ਆ ਗਈਆਂ। ਸੋ ਇਹ ਹੌਲੀ ਹੌਲੀ ਜਿਹੜੇ ਉਹਦੇ ਵਿੱਚ ਤਬਦੀਲੀ ਹੁੰਦੀ ਗਈ ਲੋੜ ਦੇ ਹਿਸਾਬ ਦੇ ਨਾਲ। ਅੱਛਾ ਹਰਕੀਰਤ ਜੀ, ਜਦੋਂ ਕਈ ਵਾਰੀ ਗੱਲ ਹੁੰਦੀ ਹੈ ਸੱਭਿਆਚਾਰ ਦੀ, ਅਤੇ ਕਈ ਵਾਰੀ ਕਿਹਾ ਜਾਂਦਾ ਵੀ ਜੀ ਸਾਡਾ ਤਾਂ ਹੁਣ ਸੱਭਿਆਚਾਰ ਖੁੱਸਦਾ ਜਾ ਰਿਹਾ। ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਆਪਣਾ ਸੱਭਿਆਚਾਰ ਹੈ ਸੈਲਫ ਸਸਟੇਨਡ ਜਾਂ ਸੈਲਫ ਸਫੀਸ਼ੀਐਂਟ ਸੀ ਜਾਂ ਹੈ? ਦੇਖੋ ਜੀ, ਸੱਭਿਆਚਾਰ ਕੋਈ ਐਡੀ ਛੋਟੀ ਚੀਜ਼ ਨਹੀਂ ਹੈ ਕਿ ਤੁਸੀਂ ਇਹ ਖੁੱਸ ਜਾਏਗਾ ਜਾਂ ਇਹ ਚੀਜ਼ ਚਲੀ ਜਾਏਗੀ, ਖਤਮ ਹੋ ਜਾਏਗਾ। ਜਦ ਤੱਕ ਪੰਜਾਬ ਜਿਉਂਦਾ, ਜਦ ਤੱਕ ਪੰਜਾਬੀਅਤ ਉੱਥੇ ਹੈ, ਜਦ ਤੱਕ ਪੰਜਾਬ ਦੇ ਲੋਕ ਚਾਹਣਗੇ ਕਿ ਅਸੀਂ ਪੰਜਾਬੀਅਤ ਨਾਲ ਜੁੜੇ ਰਹੀਏ, ਜਦ ਤੱਕ ਸੱਭਿਆਚਾਰ ਕਦੇ ਵੀ ਨਹੀਂ ਖਤਮ ਹੋਊਗਾ। ਕਈ ਵਾਰ ਮੈਂ ਸੋਚਦਾ ਹੁੰਦਾ ਸਮਝ ਜੀ ਕਿ ਆਪਾਂ ਇੱਥੇ ਆ ਗਏ ਹਾਂ, ਇੰਨੇ ਸਾਲ ਹੋ ਗਏ ਸਾਨੂੰ ਇੱਥੇ ਆਏ ਨੂੰ, ਸ਼ਾਇਦ ਅਸੀਂ ਆਪਣੇ ਸੱਭਿਆਚਾਰ ਨਾਲ ਜ਼ਿਆਦਾ ਜੁੜੇ ਹੋਏ ਹਾਂ, ਜਾਂ ਅਸੀਂ ਉਹਦੇ ਬਾਰੇ ਸੋਚ ਰੱਖਦੇ ਹਾਂ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਬੱਚਿਆਂ ਤੱਕ ਦਈਏ ਜਾਂ ਉਹਨਾਂ ਦੀਆਂ ਅੱਛੀਆਂ ਚੀਜ਼ਾਂ ਜਿਹੜੀਆਂ ਹੈ ਸੀ ਉਹਨਾਂ ਨੂੰ ਸਿਖਾਈਏ। ਬਸ਼ਰਤੇ ਕਿ ਜਦ ਮੈਂ ਝਾਤ ਮਾਰਦਾ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੇ ਹੁਣ ਲੋਕ ਰਹਿ ਰਹੇ ਨੇ, ਸ਼ਾਇਦ ਉਹ ਉਹਨਾਂ ਨੂੰ ਭੁੱਲਣ ਦੀ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਜਾਂ ਜ਼ਿਆਦਾ ਭੁੱਲ ਗਏ ਨੇ। ਇਹ ਵੀ ਇੱਕ ਸਵਾਲ ਹੈ। ਜੇ ਕਹਾਵਤ ਹੈ ਆਪਣੇ ਪੰਜਾਬੀ ਦੇ ਵਿੱਚ ਵੀ ਦੀਵੇ ਥੱਲੇ ਹਨੇਰਾ, ਸੋ ਉਹੀ ਗੱਲ ਹੋ ਗਈ ਵੀ ਜਿੱਥੇ ਜਿਹੜਾ ਜਿਸ ਚੀਜ਼ ਦਾ ਜੜ੍ਹਾਂ ਹੁੰਦੀਆਂ ਨੇ, ਜਿੱਥੇ ਮੈਂ ਕਿਹਾ ਹੌਲੀ ਹੌਲੀ ਉੱਥੇ ਲੋਕ ਉਸ ਚੀਜ਼ ਲਈ ਵੇਸਲੇ ਹੁੰਦੇ ਜਾਂਦੇ ਨੇ ਵੀ ਇਹ ਤਾਂ ਹਮੇਸ਼ਾ ਸਾਡੇ ਅੰਗ ਸੰਗ ਸਾਡੇ ਨਾਲ ਹੀ ਆ, ਰਹਿਣੀ ਹੈ, ਕਿਤੇ ਜਾਣੀ ਨਹੀਂ। ਪਰ ਜਿਹੜੇ ਲੋਕ ਬਾਹਰ ਜਦੋਂ ਉਸ ਚੀਜ਼ ਤੋਂ ਦੂਰ ਜਾਂਦੇ ਨੇ ਉਹਨਾਂ ਨੂੰ ਉਸ ਚੀਜ਼ ਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ, ਨਜ਼ਰ ਆਉਂਦੀ ਹੈ। ਦੇਖੋ ਸਿਮਰਤ ਜੀ, ਗੱਲ ਇਹ ਹੈ ਕਿ ਇੱਕ ਜਦ ਸੱਭਿਆਚਾਰ ਕੀ ਸੀ, ਹੁਣ ਇੱਕ ਪਿੰਡ ਹੁੰਦਾ ਸੀ, ਉਹ ਪਿੰਡ ਇੱਕ ਸੈਲਫ ਸਸਟੇਨਡ ਸਿਸਟਮ ਸੀ। ਉਸ ਸਿਸਟਮ 'ਚ ਲੀਗਲ ਸਿਸਟਮ ਸੀ, ਉਹ ਪੰਚਾਇਤ ਸੀ। ਉਸ ਸਿਸਟਮ ਦਾ ਜਿਹੜਾ ਇਰੀਗੇਸ਼ਨ ਸਿਸਟਮ ਸੀ, ਉਹ ਸਾਡੇ ਕੋਲ ਸਾਰਾ ਕੁਝ ਹੈ ਸੀ। ਉਸ ਸਿਸਟਮ ਦਾ ਐਨਵਾਇਰਨਮੈਂਟ ਨੂੰ ਸਾਫ਼ ਰੱਖਣ ਦਾ, ਉੱਥੇ ਪੇੜ ਪੌਦੇ ਹਰ ਚੀਜ਼ ਹੈ ਸੀ, ਫਸਲਾਂ ਹਰੀਆਂ ਹੁੰਦੀਆਂ ਸੀ, ਉਸ ਨੂੰ ਨੇਚਰ ਦੇ ਨਾਲ ਜੁੜੇ ਹੋਏ ਸੀ ਉਹ ਲੋਕ। ਸੋ ਉਹਦੇ ਨਾਲ ਹੀ ਰੀਤੀ ਰਿਵਾਜ ਪੈਦਾ ਹੁੰਦੇ ਸੀ। ਜਦ ਵੀ ਕੋਈ ਨਵਾਂ ਸੀਜ਼ਨ ਆਉਂਦਾ ਸੀ, ਨਵਾਂ ਮੌਸਮ ਚੇਂਜ ਹੁੰਦਾ ਸੀ, ਤਾਂ ਮੌਸਮ ਚੇਂਜ ਦੇ ਨਾਲ ਨਵੇਂ ਤਿਉਹਾਰ ਹੁੰਦੇ ਸੀ। ਉਹ ਤਿਉਹਾਰ ਨਾਲ ਖਾਣਾ ਪੀਣਾ ਬਦਲਦਾ ਸੀ। ਜਦੋਂ ਖਾਣਾ ਪੀਣਾ ਬਦਲਦਾ ਸੀ, ਉਹਦੇ ਨਾਲ ਜਿਹੜੇ ਤਿਉਹਾਰਾਂ ਦੇ ਨਾਲ ਜਿਹੜੇ ਰਿਵਾਜ ਸੀ ਉਹ ਵੀ ਉਹਦੇ ਨਾਲ ਜੁੜੇ ਹੁੰਦੇ ਸੀ। ਸੋ ਇੱਕ ਹਰ ਚੀਜ਼ ਉਹ ਸੈਲਫ ਸਸਟੇਨਡ ਸੀ। ਹਰਕੀਰਤ ਜੀ, ਮੈਂ ਇੱਕ ਗੱਲ ਇਹ ਵੀ ਸਮਝਦਾ ਹਾਂ ਵੀ ਜੇ ਆਪਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਪੁਰਾਣੇ ਸਮਿਆਂ ਦੇ ਵਿੱਚ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਨੇ। ਉਦੋਂ ਜਿਹੜਾ ਸੀ ਜ਼ਿੰਦਗੀ ਦੇ ਵਿੱਚ ਖੜੋਤ ਸੀਗੀ, ਜ਼ਿੰਦਗੀ ਦੇ ਵਿੱਚ ਇੱਕ ਠਹਿਰਾਅ ਸੀ। ਹੁਣ ਜਿਹੜਾ ਸਮਾਂ ਆ, ਹੁਣ ਜ਼ਿੰਦਗੀ ਬੜੀ ਤੇਜ਼ ਹੋ ਗਈ ਹੈ। ਜ਼ਿੰਦਗੀ ਜਿਹੜਾ ਵਪਾਰੀਕਰਨ ਹੋ ਗਿਆ, ਲੋਕ ਤੇਜ਼ੀ ਦੇ ਨਾਲ ਚੱਲਣਾ ਚਾਹੁੰਦੇ ਨੇ, ਰਫ਼ਤਾਰ ਦੇ ਵਿੱਚ ਰਹਿਣਾ ਚਾਹੁੰਦੇ ਨੇ। ਸੋ ਉਹਨਾਂ ਨੂੰ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਕਿਹਾ ਲੋਕੀ ਹੌਲੀ ਹੌਲੀ ਉਹ ਚੀਜ਼ ਨੂੰ ਵਿਸਾਰਦੇ ਗਏ ਅਤੇ ਨਵੀਆਂ ਚੀਜ਼ਾਂ ਅਪਣਾਉਂਦੇ ਗਏ। ਸਿਮਰਤ ਜੀ, ਮੈਂ ਇਹਦੇ 'ਚ ਇੱਕ ਤੁਹਾਡੇ ਨਾਲ ਗੱਲ ਜ਼ਰੂਰ ਕਰਨੀ ਚਾਹਾਂਗਾ, ਦਰਸ਼ਕਾਂ ਨਾਲ ਵੀ ਜ਼ਰੂਰ ਗੱਲ ਚਾਹਾਂਗਾ। ਦੇਖੋ, ਜਿਹੜਾ ਵਿਕਸਿਤ ਹੋਣਾ ਜਾਂ ਜਿਹੜੀਆਂ ਨਵੀਆਂ ਕਾਢਾਂ ਆ ਰਹੀਆਂ ਨੇ, ਨਵਾਂ ਤਕਨੀਕੀਕਰਨ ਹੋਇਆ, ਨਵਾਂ ਮਸ਼ੀਨਸ ਆਈਆਂ, ਮਸ਼ੀਨੀਕਰਨ ਯੁੱਗ ਆ ਗਿਆ, ਆਪਾਂ ਜਿਹਨੂੰ ਕਹਿੰਦੇ ਆ। ਸੋ ਉਹਦੇ ਨਾਲ ਸਾਨੂੰ ਕਿਤੇ ਨਾ ਕਿਤੇ ਜੁੜਨਾ ਤਾਂ ਉਹ ਤਾਂ ਜੁੜਨਾ ਹੀ ਸੀ, ਲੇਕਿਨ ਉਹਦੇ ਨਾਲ ਸਾਨੂੰ ਸੱਭਿਆਚਾਰ ਦੇ ਨਾਲ ਇਕਮਿਕ ਹੋ ਕੇ ਅੱਗੇ ਵਧਣਾ ਉਹ ਜ਼ਿਆਦਾ ਇੰਪੋਰਟੈਂਟ ਸੀ। ਅਸੀਂ ਕਿਤੇ ਨਾ ਕਿਤੇ ਨਵੀਂ ਚੀਜ਼ਾਂ ਨਾਲ ਜੁੜੇ ਜ਼ਰੂਰ, ਲੇਕਿਨ ਅਸੀਂ ਆਪਣੇ ਸੱਭਿਆਚਾਰ ਨੂੰ ਉਹਨਾਂ ਦੇ ਨਾਲ ਉਹਦੇ ਹਿਸਾਬ ਨਾਲ ਢਾਲ ਨਹੀਂ ਪਾਏ। ਸੋ ਦੀਜ਼ ਆਰ ਟੂ ਡਿਫਰੈਂਟ ਥਿੰਗਸ, ਲੇਕਿਨ ਇੱਕ ਨੇ ਉਹ। ਸੋ ਸਾਨੂੰ ਇਹ ਚਾਹੀਦਾ ਕਿ ਅਸੀਂ ਸੱਭਿਆਚਾਰ ਨਾਲ ਵੀ ਰਹਿਣਾ ਅਤੇ ਅਸੀਂ ਮਾਡਰਨਾਈਜੇਸ਼ਨ ਵੀ ਕਰਨੀ ਹੈ, ਮਾਡਰਨਾਈਜ਼ ਵੀ ਹੋਣਾ। ਭਾਵੇਂ ਇੱਕ ਮੈਂ ਸਿੰਪਲ ਐਗਜ਼ਾਮਪਲ ਦਿੰਦਾ, ਖੇਤੀ ਦੀ ਗੱਲ ਆਪਾਂ ਗੱਲ ਕਰੀਏ। ਕਿਸੇ ਟਾਈਮ ਦੇ ਵਿੱਚ ਜਦ ਖੇਤੀ ਹੁੰਦੀ ਸੀ ਨਾ, ਖੇਤੀ ਸੀਜ਼ਨਲ ਹੁੰਦੀ ਸੀ। ਜੋ ਚੀਜ਼ ਜਿਸ ਤਰ੍ਹਾਂ ਮੌਸਮ ਹੁੰਦਾ ਸੀ ਉਸ ਹਿਸਾਬ ਨਾਲ ਖੇਤੀ ਕੀਤੀ ਜਾਂਦੀ ਸੀ। ਬਿਲਕੁਲ, ਕਿਉਂਕਿ ਉਸ ਟਾਈਮ ਜਿਸ ਟਾਈਮ ਬਾਰਿਸ਼ ਹੋਣੀ ਹੈ ਤਾਂ ਕਿਉਂਕਿ ਉਸ ਕੰਟਰੀ ਦੇ ਵਿੱਚ ਜਿਹੜਾ ਬਾਰਿਸ਼ ਆਇਆ ਉਹ ਸੀਜ਼ਨ ਬਿਲਕੁਲ ਡਿਸਟਿੰਕਟ ਨੇ। ਜਦ ਬਾਰਿਸ਼ ਹੋਣੀ ਹੈ ਤਾਂ ਹੋਰ ਕੋਈ ਪਾਣੀ ਦਾ ਹੋਰ ਕੋਈ ਸਰੋਤ ਨਹੀਂ ਹੁੰਦਾ ਸੀ। ਸੋ ਜਦ ਬਾਰਿਸ਼ ਆਉਂਦੀ ਸੀ ਤਾਂ ਬਾਰਿਸ਼ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਸੀ। ਜਦ ਉਸ ਸਮੇਂ ਬਾਰਿਸ਼ ਨਹੀਂ ਹੁੰਦੀ ਸੀ ਤਾਂ ਜੇ ਠੰਡ ਹੁੰਦੀ ਸੀ ਤਾਂ ਠੰਡ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਸੀ। ਤਾਂ ਉਹਦੇ ਨਾਲ ਤੁਹਾਡਾ ਖਾਣਾ ਪੀਣਾ ਵੀ ਚੇਂਜ ਹੋ ਜਾਂਦਾ ਸੀ। ਹਾਂਜੀ। ਸੋ ਉਹ ਸਾਰੀ ਚੀਜ਼ ਨੂੰ ਅਸੀਂ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ ਸੀ, ਲੇਕਿਨ ਅਸੀਂ ਕੀ ਕਦੇ ਜੋ ਮੈਨੂੰ ਲੱਗਦਾ ਉਸ ਚੀਜ਼ ਨੂੰ ਅਸੀਂ ਕਿਤੇ ਮਿਸ ਐਡਜਸਟਮੈਂਟ ਕਰ ਰਹੇ ਹਾਂ ਜਾਂ ਕਰ ਚੁੱਕੇ ਹਾਂ ਜਾਂ ਕਰ ਰਹੇ ਸੀ ਜਾਂ ਕਰ ਰਹੇ ਹਾਂ ਹਜੇ ਵੀ। ਹੁਣ ਕੰਟੀਨਿਊਸ ਸੈਂਟੈਂਸ ਦੇ ਵਿੱਚ ਆਪਾਂ ਗੱਲ ਕਰੀਏ। ਅੱਛਾ, ਆਪਾਂ ਹਜੇ ਇੱਥੇ ਦੇ ਜਿਹੜੇ ਵੈਸਟਰਨ ਕੰਟਰੀ ਜਾਂ ਬਾਹਰਲੇ ਦੇਸ਼ਾਂ ਨੂੰ ਇਹਦੀ ਗੱਲ ਛੱਡ ਵੀ ਦਈਏ
ਭਾਰਤ ਦੇ ਵਿੱਚ ਜੇ ਅੱਜ ਤੋਂ 40-50 ਸਾਲ ਪਹਿਲਾਂ ਜੋ ਚੀਜ਼ਾਂ ਸੀਗੀਆਂ ਹੁਣ ਅੱਜ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਚੀਜ਼ਾਂ ਬਾਰੇ ਬਿਲਕੁਲ ਨਹੀਂ ਪਤਾ, ਜਿਹੜਾ ਕਿ ਉਹਨਾਂ ਨੂੰ ਆਪਾਂ ਆਪਣੇ ਸੱਭਿਆਚਾਰ ਦਾ ਅੰਗ ਮੰਨਦੇ ਆ। ਹੁਣ ਜਿਹੜੇ ਸ਼ਹਿਰਾਂ 'ਚ ਬੱਚੇ ਰਹਿੰਦੇ ਨੇ, ਪਿੰਡਾਂ ਵਿੱਚ ਕੀ ਹੁੰਦਾ ਆ ਉਹਨਾਂ ਨੂੰ ਕੁਝ ਪਤਾ ਹੀ ਨਹੀਂਗਾ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਇਹ ਇੰਨਾ ਵੱਡਾ ਬਦਲਾਅ ਆ ਗਿਆ? ਨਹੀਂ ਸਮਝ, ਦੇਖੋ ਜਿਹੜਾ ਸ਼ਹਿਰ 'ਚ ਬੱਚਾ ਰਹਿ ਰਿਹਾ ਅੱਜ ਤੋਂ 20 ਸਾਲ ਪਹਿਲਾਂ ਰਹਿ ਰਿਹਾ ਸੀ, ਉਹਨੂੰ ਉਸ ਟਾਈਮ ਵੀ ਪਿੰਡਾਂ ਬਾਰੇ ਕੁਝ ਨਹੀਂ ਪਤਾ ਸੀ, ਕਿਉਂਕਿ ਉਹਨੇ ਫਿਰ ਦੋਨਾਂ ਦਾ ਫਿਰ ਜੇ ਆਪਾਂ ਸੱਭਿਆਚਾਰ ਨੂੰ ਇੱਕ ਦੂਜੇ ਨਾਲ ਜੋੜਦੇ ਫਿਰ ਦੋਨਾਂ ਦਾ ਸੱਭਿਆਚਾਰ ਵੱਖਰਾ ਵੱਖਰਾ ਹੋ ਗਿਆ ਨਾ। ਨਹੀਂ, ਉਹ ਗੱਲ ਇਹ ਹੁੰਦਾ ਸੀ ਕਿ ਲੇਕਿਨ ਉਹ ਜਿਹੜੇ ਪਿੰਡਾਂ ਵਾਲੇ ਲੋਕ ਸੀ ਜਾਂ ਪਿੰਡ ਜਿਹੜਾ ਬੱਚਾ ਪਲਿਆ ਬੈਠਾ, ਜੋ ਕਦੇ ਵੀ ਉਸ ਚੀਜ਼ ਨੂੰ ਜਿਹੜਾ ਸ਼ਹਿਰ 'ਚ ਬੱਚਾ ਪਲਿਆ ਉਹਨੂੰ ਕਦੇ ਵੀ ਆਪਸ ਵਿੱਚ ਉਹ ਕੰਪੈਰੀਜ਼ਨ ਕਰਨਾ ਉਹ ਬਹੁਤ ਡਿਫਰੈਂਟ ਗੱਲ ਹੈ। ਮੈਨੂੰ ਸਿਰਫ ਜੋ ਚਿੰਤਾ ਇਸ ਗੱਲ ਦੀ ਹੈ ਕਿ ਜਿਹੜਾ ਹੁਣ ਬੱਚਾ ਪਿੰਡ 'ਚ ਰਹਿ ਰਿਹਾ ਉਹਨੂੰ ਸੱਭਿਆਚਾਰ ਬਾਰੇ ਨਹੀਂ ਪਤਾ, ਉਹ ਚਿੰਤਾ ਦੀ ਗੱਲ ਹੈ। ਲੇਕਿਨ ਜਿਹੜਾ ਸ਼ਹਿਰ 'ਚ ਰਹਿ ਰਿਹਾ ਉਹਨੂੰ ਪਿੰਡ ਦੇ ਸੱਭਿਆਚਾਰ ਬਾਰੇ ਨਹੀਂ ਪਤਾ, ਉਹ ਉਸ ਟਾਈਮ ਵੀ ਨਹੀਂ ਪਤਾ ਸੀ। ਲੇਕਿਨ ਅੱਜ ਉਸ ਟਾਈਮ ਜ਼ਿਆਦਾ ਪਤਾ, ਸਪੋਜ਼ ਕਿਉਂਕਿ ਅੱਜ ਜਿਹੜੀ ਕਮਿਊਨੀਕੇਸ਼ਨ ਹੈ, ਜਿਹੜੀ ਆਡੀਓ ਵਿਜ਼ੂਅਲ ਜਿਹੜੀਆਂ ਗੈਜਟਸ ਨੇ ਉਹਨਾਂ ਵੱਲੋਂ ਜ਼ਿਆਦਾ ਜਾਣ ਸਕਦਾ ਉਹਨਾਂ ਬਾਰੇ। ਜਦ ਕਿ ਉਸ ਟਾਈਮ ਤੁਹਾਨੂੰ ਪਿੰਡ ਵਿੱਚ ਜਾ ਕੇ ਆਪ ਰਹਿਣਾ ਪੈਂਦਾ ਸੀ, ਉਸ ਚੀਜ਼ ਨੂੰ ਦੇਖਣਾ ਪੈਂਦਾ ਸੀ ਨਜ਼ਦੀਕ ਤੋਂ, ਉਹ ਚੀਜ਼ ਨੂੰ ਜਿਉਣਾ ਪੈਂਦਾ ਸੀ, ਤਾਂ ਤੁਸੀਂ ਸਿੱਖਦੇ ਸੀ। ਲੇਕਿਨ ਅੱਜ ਉਹ ਤੁਸੀਂ ਬਗੈਰ ਜਾਏ ਵੀ ਸਿੱਖ ਸਕਦੇ ਹੋ। ਸੋ ਕਿਤੇ ਨਾ ਕਿਤੇ ਦੇਖਿਆ ਜਾਵੇ ਅੱਜ ਦੇ ਲੋਕਾਂ ਨੂੰ, ਅੱਜ ਦੇ ਸ਼ਹਿਰੀਆਂ ਨੂੰ ਉਹ ਚੀਜ਼ ਜ਼ਿਆਦਾ ਪਤਾ ਹੋਏਗੀ ਜੋ ਪਿੰਡਾਂ 'ਚ ਉਹਨੇ ਮਹਿਸੂਸ ਵੀ ਨਹੀਂ ਕੀਤਾ, ਜਾ ਕੇ ਤੇ ਰਹੇ ਵੀ ਨਹੀਂ। ਬਿਲਕੁਲ। ਆਪਾਂ ਹਰਕਿਰਤ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਫਿਰ ਇਸ ਵਿਸ਼ੇ 'ਤੇ ਚਰਚਾ ਜਾਰੀ ਰੱਖਾਂਗੇ। ਇਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਨੇ ਬਾਹਰ ਹੁਣ ਇੱਥੇ ਕਿਸ ਤਰ੍ਹਾਂ ਇਸ ਨੂੰ ਲਿਆ ਜਾ ਰਿਹਾ, ਇਹਦੇ ਬਾਰੇ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਸਟਾਰ ਟਾਕ ਪੰਜਾਬ ਸਟਾਰ ਟੀਵੀ ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕਿਰਤ ਜੀ। ਹਰਕਿਰਤ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਬ੍ਰੇਕ ਤੋਂ ਪਹਿਲਾਂ ਸੱਭਿਆਚਾਰ ਬਾਰੇ, ਅੱਛਾ ਹੁਣ ਮੈਂ ਇੱਕ ਬੜਾ ਭਖਵਾਂ ਮਸਲਾ ਚੱਲ ਰਿਹਾ ਪੰਜਾਬ ਦੇ ਵਿੱਚ, ਖਾਸ ਕਰਕੇ ਪੰਜਾਬ ਜਾਂ ਹਰਿਆਣੇ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਤੁਸੀਂ ਕੀ ਸਮਝਦੇ ਹੋ? ਇਹਦਾ ਵੀ ਸਿੱਧਾ ਸੰਬੰਧ ਹੈ ਸੱਭਿਆਚਾਰ ਦੇ ਨਾਲ? ਬਿਲਕੁਲ ਜੀ। ਸਿਮਰਨ ਜੀ ਦੇਖੋ, ਜੇ ਆਪਾਂ ਧਿਆਨ ਨਾਲ ਥੋੜ੍ਹਾ ਜਿਹਾ ਪਹਿਲਾਂ ਤੋਂ, ਜਿਵੇਂ ਹਮੇਸ਼ਾ ਮੈਂ ਗੱਲ ਕਰਦਾ ਹੁੰਦਾ ਕਿ ਆਪਾਂ ਦੇਖੀਏ ਤਾਂ ਜਦ ਇੱਕ ਕਿਸਾਨ ਹੁੰਦਾ ਸੀ, ਉਹ ਕਿਸਾਨ ਜਦ ਪਿੰਡ 'ਚ ਆਪਣੇ ਖੇਤ ਵਿੱਚ ਜਦ ਉਹ ਫਸਲ ਉਗਾਉਂਦਾ ਸੀ ਤਾਂ ਉਹ ਮੰਡੀ ਲੈ ਕੇ ਜਾਇਆ ਕਰਦਾ ਸੀ। ਉੱਥੇ ਆੜ੍ਹਤੀਏ ਜਿਹੜੇ ਹੁੰਦੇ ਸੀ ਉਹ ਉਹਨਾਂ ਦੇ ਨਾਲ ਇੱਕ ਸ਼ਾਇਦ ਜਨਰੇਸ਼ਨ ਤੋਂ ਉਹ ਨਾਲ ਇੱਕ ਦੂਜੇ ਜੁੜੇ ਹੋਏ ਸੀ। ਲੇਕਿਨ ਪਿਛਲੇ ਕੁਝ ਟਾਈਮ ਦੇ ਵਿੱਚ ਆਪਾਂ ਦੇਖਿਆ ਜਾਏ ਕਿਸਾਨਾਂ ਨੇ ਜੋ ਆਤਮ ਹੱਤਿਆ ਕਰਨੀ ਸ਼ੁਰੂ ਕੀਤੀ, ਉਹਨਾਂ 'ਤੇ ਕਰਜ਼ੇ ਵਧੇ, ਉਹਨਾਂ ਨੇ ਬੈਂਕਿੰਗ ਸਿਸਟਮ ਨੂੰ ਯੂਜ਼ ਕੀਤਾ ਜਿਹੜੇ ਨਵੇਂ 'ਚ, ਉਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਅਸੀਂ ਉਸ ਚੀਜ਼ ਨੂੰ ਸਸਟੇਨ ਨਹੀਂ ਕਰ ਪਾਏ। ਉਹਨਾਂ 'ਚ ਕੁਰੀਤੀਆਂ ਆਈਆਂ ਗਈਆਂ, ਉਹਨਾਂ 'ਚ ਕਰਪਸ਼ਨ ਹੋਈ, ਕਿਤੇ ਨਾ ਮਿਲਾਵਟ ਹੁੰਦੀ ਗਈ। ਉਹ ਜਿਹੜਾ ਖਾਲਿਸ ਘਿਓ ਵਾਂਗੂ ਜਿਹੜਾ ਖਾਲਿਸ ਸਿਸਟਮ ਸੀ ਉਹਦੇ ਵਿੱਚ ਇਹ ਕਿਤੇ ਨਾ ਕਿਤੇ ਜਿਹੜੀਆਂ ਸੀ ਉਹ ਮਿਲਾਵਟ ਹੋਣੀ ਸ਼ੁਰੂ ਹੋ ਗਈ ਹੈ। ਸੋ ਤਦੇ ਇਹ ਸਿਸਟਮ ਫੇਲ ਹੋਇਆ, ਤਦੇ ਇਹਨਾਂ ਨੂੰ ਜਿਹੜੀ ਸਾਡੀ ਸਰਕਾਰ ਹੈ ਉਹਨੂੰ ਲੋੜ ਮਹਿਸੂਸ ਹੋਈ ਕਿ ਸਾਨੂੰ ਨਵਾਂ ਸਿਸਟਮ ਲਿਆਉਣਾ ਪਿਆ, ਸਾਨੂੰ ਇਸ ਸਿਸਟਮ ਨੂੰ ਬਦਲਣਾ ਚਾਹੀਦਾ। ਸੋ ਸਾਨੂੰ ਕਿਤੇ ਨਾ ਕਿਤੇ ਇਹ ਦੇਖਣਾ ਕਿ ਉਹ ਸਿਸਟਮ ਵਿੱਚ ਕਿੱਥੇ ਮਿਲਾਵਟ ਆਈ, ਕਿਤੇ ਅਸੀਂ ਗਲਤੀਆਂ ਕੀਤੀਆਂ, ਤਾਂ ਹੀ ਸਾਨੂੰ ਨਵੇਂ ਸਿਸਟਮ ਦੀ ਲੋੜ ਪੈ ਰਹੀ ਹੈ। ਜੇ ਉਹ ਸਿਸਟਮ ਨੂੰ ਸਹੀ ਤਰੀਕੇ ਨਾਲ ਅਸੀਂ ਚਲਾਉਂਦੇ ਜਿਹੜੇ ਸਦੀਆਂ ਤੋਂ ਚੱਲੇ ਆ ਰਹੇ ਸੀ, ਸਾਨੂੰ ਨਵੇਂ ਸਿਸਟਮ ਦੀ ਕਿਉਂ ਲੋੜ ਪੈਂਦੀ? ਸੋ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਉਸ ਕਰਕੇ ਹੀ ਹੋ ਰਿਹਾ ਕਿ ਅਸੀਂ ਆਪਣੇ ਵਿਰਸੇ ਨੂੰ, ਅਸੀਂ ਆਪਣੇ ਸੱਭਿਆਚਾਰ ਨੂੰ, ਅਸੀਂ ਆਪਣੇ ਜਿਹੜਾ ਸੈਲਫ ਸਸਟੇਨਡ ਸਿਸਟਮ ਸੀ ਉਹਨੂੰ ਸਾਂਭਿਆ ਨਹੀਂ ਹੈਗਾ। ਜੇ ਅਸੀਂ ਉਹਨੂੰ ਸਾਂਭਦੇ ਤਾਂ ਅਸੀਂ ਕਦੇ ਵੀ ਸਾਨੂੰ ਇਸ ਟਾਈਮ ਤੱਕ ਆਉਣ ਦੀ ਲੋੜ ਨਾ ਪੈਂਦੀ। ਸੋ ਜੇ ਅਸੀਂ ਉਹਦੇ 'ਚੋਂ ਆਪਣੇ ਖੁਦ ਹੀ ਉਹ 'ਚੋਂ ਗਲਤੀਆਂ ਕੱਢਦੇ, ਮਿਲਾਵਟ ਨੂੰ ਨਾ ਆਉਣ ਦਿੰਦੇ, ਅਸੀਂ ਬੇਈਮਾਨੀ ਦੇ ਰਸਤੇ 'ਤੇ ਨਾ ਤੁਰ ਕੇ ਅਸੀਂ ਆਪਣੇ ਸੱਚਾਈ ਦੇ ਰਸਤੇ 'ਤੇ ਤੁਰਦੇ, ਇੱਕ ਦੂਜੇ ਨਾਲ ਅਸੀਂ ਫੇਥਫੁਲ ਰਹਿੰਦੇ, ਕਿਉਂਕਿ ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ ਆਪਣੇ ਰਿਸ਼ਤੇ ਨੇ, ਜੇ ਤੁਸੀਂ ਇੱਕ ਦੂਜੇ ਨਾਲ ਫੇਥਫੁਲ ਹੋ ਨਾ ਸਿਮਰਤ ਜੀ, ਤਾਂ ਤੁਸੀਂ ਕਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ ਹੈ। ਜੇ ਤੁਹਾਡੇ ਕਿਤੇ ਨਾ ਕਿਤੇ ਤੁਹਾਡੇ ਮਨ ਵਿੱਚ, ਤੁਹਾਡੇ ਵਿਚਾਰ ਦੇ ਵਿੱਚ, ਤੁਹਾਡੇ ਵਪਾਰ ਦੇ ਵਿੱਚ ਕਿਤੇ ਨਾ ਮਿਲਾਵਟ ਆਏਗੀ ਨਾ, ਤਾਂ ਫਿਰ ਅੱਜ ਨਹੀਂ ਤਾਂ ਕੱਲ੍ਹ ਉਹ ਹਮੇਸ਼ਾ ਹੀ ਉਹ ਕੋਲੈਪਸ ਸਿਸਟਮ ਕਰੇਗਾ ਹੀ ਕਰੇਗਾ, ਚਾਹੇ ਪਰਿਵਾਰ ਹੈ, ਚਾਹੇ ਉਹ ਸਿਸਟਮ ਹੈ, ਚਾਹੇ ਉਹ ਸਮਾਜ ਹੈ। ਜਿਸ ਤਰ੍ਹਾਂ ਦੀਆਂ ਆਪਾਂ ਨੂੰ ਹੁਣ ਉਦਾਹਰਨਾਂ ਉੱਥੇ ਦੇਖਣ ਨੂੰ ਮਿਲ ਰਹੀਆਂ ਨੇ, ਮਤਲਬ ਉਹੀ ਹੈ ਨਾ ਵੀ ਜੋ ਕੁਝ ਹੁਣ ਹੋ ਰਿਹਾ ਉੱਥੇ, ਜੋ ਕਿਸਾਨ ਅੰਦੋਲਨ ਸ਼ੁਰੂ ਹੋਏ ਨੇ, ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਹ ਚੀਜ਼ ਦੇਖਣ ਨੂੰ ਮਿਲੀ, ਤਾਂ ਹੀ ਉਹ ਇਸ ਦੁਆਰਾ ਜਿਹੜਾ ਸਰਕਾਰ ਵੱਲੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਤੇ ਲੋਕ ਉਸ ਦਾ ਹੁਣ ਵਿਰੋਧ ਕਰ ਰਹੇ ਨੇ ਵੀ ਜਿਹੜਾ ਸਿਸਟਮ ਆਲਰੇਡੀ ਚੱਲ ਰਿਹਾ ਸੀ ਹੁਣ ਉਹਨੂੰ ਹੋਰ ਕੰਪਲੈਕਸ ਕੀਤਾ ਜਾ ਰਿਹਾ। ਹਾਂਜੀ, ਕਿਉਂਕਿ ਉਹ ਬੜਾ ਆਸਾਨ ਸਿਸਟਮ ਸੀ। ਲੇਕਿਨ ਅਸੀਂ ਕਿਤੇ ਨਾ ਕਿਤੇ ਆਪਣੇ ਲਾਲਚ ਨੂੰ ਕੰਟਰੋਲ ਨਹੀਂ ਕਰ ਪਾਏ, ਚਾਹੇ ਉਹ ਆੜ੍ਹਤੀਆ ਹੈ, ਚਾਹੇ ਉਹ ਵਿਚੋਲੀਆ, ਚਾਹੇ ਉਹ ਵਿਚਲੇ ਜਿਹੜੇ ਆਫੀਸਰ ਨੇ, ਜਾਂ ਚਾਹੇ ਉਹ ਮਾਰਕਫੈੱਡ ਦੇ
ਜਿਹੜਾ ਫੂਡ FCI ਹੈ ਉਹ FCI ਹੈ, ਹਾਂਜੀ। FCI ਦੀ ਜਿਹੜੀ ਕਰਪਸ਼ਨ ਹੈ ਉਹ ਜੱਗ ਜ਼ਾਹਰ ਹੈ, ਸਭ ਨੂੰ ਪਤਾ ਹੈ ਕਿ ਕਿੰਨੇ ਗੋਦਾਮ ਸੀ ਜਿਹੜੇ ਉਹ ਹਜ਼ਾਰਾਂ ਟਨ ਜਿਹੜੇ ਸੀ ਉਹ ਚੂਹੇ ਖਾ ਜਾਂਦੇ ਸੀ। ਹਾਂ, ਪਿਆ ਰਹਿੰਦਾ ਸੀ ਜਿਹੜਾ, ਠੀਕ ਹੈ, ਉਹ ਖਰਾਬ ਹੋ ਜਾਂਦੀ ਸੀ, ਲੇਕਿਨ ਉਹਨਾਂ ਨੂੰ ਸਹੀ ਉਹਦੀ ਯੂਜ਼ ਨਹੀਂ ਹੁੰਦੇ ਸੀ, ਉਹ ਸਹੀ ਟਾਈਮ ਤੇ ਵਿਕਦਾ ਨਹੀਂ ਸੀ, ਉਹਦੀ ਸਹੀ ਟਾਈਮ ਤੇ ਐਕਸਪੋਰਟ ਨਹੀਂ ਹੁੰਦੀ ਸੀ, ਉਹਨੂੰ ਸਾਂਭਿਆ ਨਹੀਂ ਜਾਂਦਾ ਸੀ। ਸੋ ਕਿਤੇ ਨਾ ਕਿਤੇ ਜੇ ਸਾਨੂੰ ਪਤਾ ਸੀ ਪਿਛਲੇ 20 ਸਾਲਾਂ 'ਚ ਸਭ ਕੁਝ ਹੋ ਰਿਹਾ, ਅਸੀਂ ਇਹਨੂੰ ਸਾਂਭਿਆ ਕਿਉਂ ਨਹੀਂ? ਔਰ ਉਹ ਕੌਣ ਕਰਪਟ ਹੋ ਰਿਹਾ ਸੀ? ਉਹ ਵੀ ਸਾਡੇ ਹੀ ਲੋਕ ਸੀ, ਅਸੀਂ ਸੀ ਨਾ ਉਹ। ਬਿਲਕੁਲ। ਸੋ ਅਸੀਂ ਜੇ ਕਿਤੇ ਨਾ ਕਿਤੇ ਆਪਣੇ ਆਪ ਨੂੰ, ਆਪਣੇ ਕੌਨਸ਼ੀਅਸ ਨੂੰ ਸਾਂਭਦੇ ਤਾਂ ਸ਼ਾਇਦ ਇਹ ਸਾਨੂੰ ਆਹ ਵਾਲਾ ਜਿਹੜਾ ਟਾਈਮ ਨਾ ਦੇਖਣਾ ਪੈਂਦਾ। ਅਸੀਂ ਆਪਣਾ ਸੀਨਾ ਠੋਕ ਕੇ ਕਹਿੰਦੇ ਸੀ ਕਿ ਜੋ ਸਾਡਾ ਸਿਸਟਮ ਹੈ, ਜੋ ਹਜ਼ਾਰਾਂ ਤੋਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ, ਉਹ ਬਿਲਕੁਲ ਸਹੀ ਹੈ ਔਰ ਉਹ ਸਾਨੂੰ ਸਾਡੇ ਆਉਣ ਵਾਲੇ ਟਾਈਮ ਵਾਸਤੇ ਵੀ ਸਾਨੂੰ ਫਾਇਦੇਮੰਦ ਹੈ ਅਤੇ ਅੱਜ ਵੀ ਫਾਇਦੇਮੰਦ ਹੈ। ਜੇ ਉਹ ਸਿਸਟਮ ਕਲੈਪਸ ਹੋਇਆ, ਜੇ ਉਹ ਸਿਸਟਮ ਫੇਲ ਹੋਇਆ, ਤਦੇ ਸਾਨੂੰ ਲੋੜ ਪੈ ਰਹੀ ਹੈ ਨਵੇਂ ਸਿਸਟਮ ਦੀ, ਅਦਰਵਾਈਜ਼ ਨਵੇਂ ਸਿਸਟਮ ਦੀ ਲੋੜ ਕਿਉਂ ਪਵੇ? ਔਰ ਹਮੇਸ਼ਾ ਹੀ ਮੈਂ ਐਵੇਂ ਗੱਲ ਕਹਿਣਾ ਹੁੰਦਾ ਕਿ ਦੇਖੋ, ਤਰੱਕੀ ਹੋਣੀ ਹੈ, ਮਸ਼ੀਨੀਕਰਨ ਹੋਣਾ ਹੀ ਹੋਣਾ, ਬਿਲਕੁਲ। ਲੇਕਿਨ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਜਿਹੜੇ ਨਵੇਂ ਪੁਰਾਣੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਨਵੇਂ ਸਿਸਟਮ ਦੇ ਨਾਲ ਰਹਿੰਦੇ ਹੋਈ ਸਾਨੂੰ ਚੱਲਣਾ ਪੈਣਾ ਹੈ, ਕਿਤੇ ਨਾ ਕਿਤੇ ਥੋੜਾ ਉਹਨਾਂ ਨੂੰ ਵੀ ਪ੍ਰੀਜ਼ਰਵ ਕਰਕੇ ਰੱਖੇ, ਉਹਨੂੰ ਪ੍ਰੀਜ਼ਰਵ ਕਰਕੇ ਵੀ ਰੱਖੇ ਔਰ ਸਾਨੂੰ ਨਵੇਂ ਸਿਸਟਮ ਨੂੰ ਸਮਝਣ ਵਾਸਤੇ, ਨਵੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਆਪਣੇ ਆਪ ਨੂੰ ਮੋਡਰੇਟ ਕਰਨਾ ਚਾਹੀਦਾ ਹੈ, ਆਪਣੇ ਆਪ ਨੂੰ ਨੌਲੇਜੇਬਲ ਕਰਨਾ ਚਾਹੀਦਾ, ਆਪਣੇ ਆਪ ਨੂੰ ਨੌਲੇਜ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਨਵੇਂ ਸਿਸਟਮ ਨੂੰ ਸਮਝੀਏ ਔਰ ਪੁਰਾਣੇ ਨੂੰ ਵੀ ਅਸੀਂ ਬਰਕਰਾਰ ਰੱਖੀਏ ਔਰ ਨਵੇਂ ਨੂੰ ਅਡੈਪਟ ਕਰ ਲਈਏ ਅਸੀਂ ਉਸ ਚੀਜ਼। ਜੇ ਤੁਸੀਂ ਹੁਣ ਗੱਲ ਕੀਤੀ ਆਪਣੇ ਆਪ ਨੂੰ ਮੋਡਰੇਟ ਕਰਨ ਦੀ ਲੋੜ ਹੈ ਤੇ ਆਪਣੇ ਆਪ ਨੂੰ ਅਗਾਂਹ ਵਧਾਉਣ ਦੀ ਲੋੜ ਹੈ। ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਵੈਸਟਰਨ ਕੰਟਰੀਜ਼ ਦੀ, ਕਿਉਂਕਿ ਹੁਣ ਬਹੁਤ ਸਾਰੀ ਜਿਹੜੀ ਆਪਣੀ ਆਬਾਦੀ ਇਹਨਾਂ ਮੁਲਕਾਂ ਦੇ ਵਿੱਚ ਹੁਣ ਵੱਸਦੀ ਹੈ, ਫੈਲੇ ਹੋਏ ਨੇ ਲੋਕ, ਹਰੇਕ ਦੇਸ਼ ਦੇ ਵਿੱਚ ਜਿਹੜੇ ਪੰਜਾਬੀ, ਇੰਡੀਅਨ, ਭਾਰਤੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਦਾ ਸੱਭਿਆਚਾਰ ਜਾਂ ਜਿਸ ਤਰ੍ਹਾਂ ਦਾ ਆਪਣਾ ਕਲਚਰ ਭਾਰਤ, ਪੰਜਾਬ ਦੇ ਵਿੱਚ ਹੈ, ਕਿ ਇੱਥੇ ਉਹ ਚੀਜ਼ ਆਪਾਂ ਸਸਟੇਨ ਕੀਤੀ ਹੋਈ ਹੈ ਜਾਂ ਹੌਲੀ ਹੌਲੀ ਉਹਦੇ ਵਿੱਚ ਬਦਲਾਅ ਆਉਂਦਾ ਜਾ ਰਿਹਾ? ਮੈਂ ਇਸ ਗੱਲ ਨੂੰ ਹਮੇਸ਼ਾ ਕਹਿਣਾ ਹੁੰਦਾ ਕਿ ਜੋ ਇੱਕ ਹਿਊਮਨ ਨੇਚਰ ਹੈ, ਮੈਂ ਇੱਕ ਸਾਈਕੋਲੋਜੀਕਲ ਗੱਲ ਕਰ ਰਹੇ ਹਾਂ ਕਿ ਹਮੇਸ਼ਾ ਆਪਾਂ ਨੈਗੇਟਿਵ ਚੀਜ਼ਾਂ ਨੂੰ ਪਹਿਲਾਂ ਫੜਦੇ ਹਾਂ, ਠੀਕ ਹੈ, ਲੇਕਿਨ ਅਸੀਂ ਨੈਗੇਟਿਵ ਚੀਜ਼ ਆ ਵੀ ਪਹਿਲਾਂ ਜਾਂਦੀ ਨਾ ਨਜ਼ਰ ਦੇ ਵਿੱਚ। ਦੇਖੋ, ਇਹ ਤਾਂ ਤੁਹਾਡੀ ਨਜ਼ਰ ਦੇ ਵਿੱਚ ਹੈ, ਤੁਸੀਂ ਕੀ ਦੇਖਣਾ ਚਾਹੁੰਦੇ ਹੋ। ਇੱਕੋ ਹੀ ਬੰਦਾ ਇੱਕ ਨਜ਼ਰ ਤੋਂ ਸਾਹਮਣੇ ਦੇਖ ਰਿਹਾ ਹੈ, ਇੱਕ ਨੀਚੇ ਕਿਚੜ ਨੂੰ ਦੇਖੇਗਾ, ਨੀਚੇ ਗੰਦ ਨੂੰ ਦੇਖੇਗਾ, ਇੱਕ ਨੀਚੇ ਅਸਮਾਨ ਨੂੰ ਦੇਖੇਗਾ, ਉਹ ਡਿਪੈਂਡ ਕਰਦਾ ਤੁਸੀਂ ਦੇਖਣਾ ਕੀ ਚਾਹੁੰਦੇ ਹੋ। ਜ਼ਰੂਰੀ ਨਹੀਂ ਕਿ ਆਪਾਂ ਉਹੀ ਚੀਜ਼ ਦੇਖੀਏ ਜੋ ਅਸੀਂ ਹਮੇਸ਼ਾ ਜੇ ਗਲਤ ਦੇਖਣੇ ਤਾਂ ਗਲਤ ਹੀ ਦੇਖੀਏ। ਪਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਸਿਮਰਨ ਜੀ ਕਿ ਅਸੀਂ ਇੱਥੇ ਆਏ ਹਾਂ, ਅਸੀਂ ਸੁਚੱਜੇ ਢੰਗ ਨਾਲ ਇੱਥੇ ਆਏ ਹਾਂ। ਅਸੀਂ ਜਦ ਆਪਣੇ ਕੰਟਰੀ ਤੋਂ ਇੱਥੇ ਆਏ ਤਾਂ ਸਾਨੂੰ ਉਸ ਕੰਟਰੀ ਦੀਆਂ ਅੱਛਾਈਆਂ ਇੱਥੇ ਲੈ ਕੇ ਆਉਣੀਆਂ ਚਾਹੀਦੀਆਂ ਨੇ ਔਰ ਇਸ ਕੰਟਰੀ ਦੀਆਂ ਅੱਛਾਈਆਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ। ਜੇ ਅਸੀਂ ਇਸ ਸਿਸਟਮ ਨਾਲ ਚੱਲਾਂਗੇ ਤਾਂ ਮੇਰੇ ਹਿਸਾਬ ਦੇ ਨਾਲ ਅਸੀਂ ਬਹੁਤ ਅੱਛਾ ਸਮਾਜ ਸਿਰਜ ਕਰ ਸਕਦੇ ਹਾਂ। ਲੇਕਿਨ ਦੇਖੋ, ਤੁਸੀਂ ਐਗਜ਼ਾਮਪਲ ਤੁਸੀਂ ਕਿਤੇ ਨਾ ਜਾਓ, ਤੁਸੀਂ ਆਪਣੇ ਬੱਚਿਆਂ ਨੂੰ ਦੇਖੋ, ਤੁਸੀਂ ਜਿਹੜੇ ਬੱਚੇ ਨੇ ਉਹ ਇਤਨੀਆਂ ਬੈਸਟ ਚੀਜ਼ਾਂ ਅਪਣਾਉਂਦੇ ਨੇ, ਉਹ ਕਿਉਂ ਨਹੀਂ ਮਾੜੀ ਚੀਜ਼ਾਂ ਅਪਣਾਉਂਦੇ ਹੈਗੇ? ਅਸੀਂ ਹੀ ਆਪਣੀਆਂ ਮਾੜੀ ਚੀਜ਼ਾਂ ਕਿਉਂ ਲੈ ਕੇ ਆਏ ਆ? ਨਹੀਂ, ਹੁਣ ਬੱਚੇ ਕਈ ਜਿਹੜੀਆਂ ਮਾੜੀਆਂ ਚੀਜ਼ਾਂ ਵੀ ਅਪਣਾਈਆਂ ਬੱਚਿਆਂ ਨੇ। ਜੇ ਹੁਣ ਨਸ਼ਿਆਂ ਦੀ ਗੱਲ ਕਰ ਲਈ, ਜਿਹੜੇ ਇੱਥੇ ਵੈਸਟਰਨ ਕੰਟਰੀਜ਼ ਦੇ ਨਸ਼ੇ ਨੇ, ਹੁਣ ਬੱਚੇ ਉਹ ਵੀ ਕਰਨ ਲੱਗ ਪਏ ਨੇ। ਜਾਂ ਹੋਰ ਕੁਝ ਜਿਹੜੀਆਂ ਅਲਾਮਤਾਂ ਨੇ ਵੈਸਟਰਨ ਕੰਟਰੀਜ਼ ਦੀਆਂ, ਆਪਣੇ ਬੱਚਿਆਂ ਦੇ ਵਿੱਚ ਵੀ ਉਹ ਕੁਝ ਦੇਖਣ ਨੂੰ ਮਿਲਦੀਆਂ ਨੇ। ਹਾਂ, ਇਹ ਹੈ ਵੀ ਕੁਝ ਉਹਦੀ ਗਿਣਤੀ ਥੋੜ੍ਹੀ ਘੱਟ ਹੈ, ਪਰ ਹੈ ਜ਼ਰੂਰ ਉਹ ਵੀ। ਦੇਖੋ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਹੈਗਾ ਕਿ ਤੁਸੀਂ ਵੀ ਆਪਾਂ ਕਹੀਏ ਬਿਲਕੁਲ ਨਹੀਂ ਹੈ, ਲੇਕਿਨ ਤੁਸੀਂ ਰੇਸ਼ੀਓ ਚੈੱਕ ਕਰੋ ਨਾ। ਤੁਸੀਂ ਰੇਸ਼ੀਓ ਕੀ ਹੈ? ਅੱਜ ਅਸੀਂ ਜਿਹੜਾ ਸਾਡਾ ਯੂਥ ਹੈ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ, ਉਹ ਸਾਰੇ ਹੀ ਕੈਨੇਡਾ, US, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕਿਤੇ ਵੀ ਬਾਹਰ ਜਾਣਾ ਚਾਹੁੰਦੇ ਨੇ। ਕਿਉਂ ਜਾਣਾ ਚਾਹੁੰਦੇ ਨੇ? ਕਿ ਨਸ਼ਾ ਉੱਥੇ ਹੈ, ਸਭ ਨੂੰ ਪਤਾ ਇਸ ਗੱਲ ਦਾ। ਅਸੀਂ ਰੋਕ ਪਾਏ ਹਾਂ ਉਸ ਚੀਜ਼ ਨੂੰ? ਵੱਡੀ ਗੱਲ ਤਾਂ ਸਿਸਟਮ ਦੀ ਪ੍ਰੋਬਲਮ ਹੈ। ਸਿਸਟਮ ਦੀ ਪ੍ਰੋਬਲਮ ਹੈ। ਅਸੀਂ ਕਿਤੇ ਨਾ ਕਿਤੇ ਆਪਣੇ ਸੱਭਿਆਚਾਰ ਤੋਂ ਦੂਰ ਹੋਏ ਹਾਂ, ਤਾਂ ਹੀ ਇਹ ਚੀਜ਼ਾਂ ਅਸੀਂ ਅਪਣਾਈਆਂ ਨੇ ਨਾ। ਜੇ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ, ਅਸੀਂ ਕਹਿੰਦੇ ਨਹੀਂ, ਅਸੀਂ ਆਪਣੇ ਜੋ ਸਾਨੂੰ ਸਾਡੇ ਵੱਡੇ ਵਡੇਰੇ ਸਿਖਾ ਕੇ ਗਏ ਨੇ ਕਿ ਨਹੀਂ, ਤੁਸੀਂ ਕਿਸੇ ਚੀਜ਼ ਦੀ ਆਦਤ ਨਹੀਂ ਪਾਉਣੀ ਹੈਗੀ, ਮਾੜੀ ਚੀਜ਼ ਤੋਂ ਦੂਰ ਰਹਿਣਾ, ਤਾਂ ਸ਼ਾਇਦ ਅਸੀਂ ਉਸ ਚੀਜ਼ ਨੂੰ ਕਦੇ ਵੀ ਇਸ ਟਾਈਮ ਨਾਲ ਦੇਖਦੇ ਅਸੀਂ। ਔਰ ਫਿਰ ਜੇ ਅਸੀਂ ਕਹੀਏ ਅਸੀਂ ਬਹੁਤ ਅੱਛਾ ਸੱਭਿਆਚਾਰ ਹੈ, ਅੱਛਾ ਸੱਭਿਆਚਾਰ ਹੈ, ਲੇਕਿਨ ਤੁਸੀਂ ਆਉਣ ਕਿਉਂ ਦਿੰਨਾ ਉਸ ਚੀਜ਼ ਨੂੰ? ਕਿੰਨੇ ਨਸ਼ੇ ਜਿਹੜੇ ਹੈ ਨੇ, ਨਸ਼ਿਆਂ ਨੇ ਕਿੰਨੇ ਘਰ ਬਰਬਾਦ ਕੀਤੇ ਨੇ, ਕਿੰਨੇ ਯੂਥ ਨੂੰ ਬਰਬਾਦ ਕੀਤਾ। ਮਾਂ ਸਿਰਫ ਇਹ ਕਹਿੰਦੇ ਨੇ ਕਿ ਨਹੀਂ, ਸਾਡਾ ਬੱਚਾ ਉਹਨੂੰ ਦੂਰ ਚਲਾ ਜਾਏਗਾ ਤਾਂ ਸ਼ਾਇਦ ਉਹ ਨਸ਼ਿਆਂ 'ਚ ਨਹੀਂ ਪਏਗਾ। ਪਰ ਕੀ ਅਸੀਂ ਉਹਨੂੰ ਸੱਭਿਆਚਾਰ ਸਿਖਾਇਆ? ਕਿ ਅਸੀਂ ਕਿਤੇ ਨਾ ਕਿਤੇ ਉਹ ਸਾਡੀ ਗਲਤੀ ਨਹੀਂ ਹੈ, ਸਾਡਾ ਕਿਤੇ ਉਹ ਚੀਜ਼ ਨੂੰ ਇਹ ਕਨਵੇ ਕਰਨ 'ਚ, ਮੈਸੇਜ ਕਨਵੇ ਕਰਨ 'ਚ ਵੀ ਤੁਹਾਡਾ ਸੱਭਿਆਚਾਰ ਇਹ ਨਹੀਂ ਹੈ ਕਿ ਜੋ ਤੁਸੀਂ ਅੱਜ ਹੋ ਰਿਹਾ ਉਹ ਸੱਭਿਆਚਾਰ ਹੈ,
ਜਾਂ ਸੱਭਿਆਚਾਰ ਤੁਹਾਡਾ ਜੋ ਅਸੀਂ ਪਿੱਛੇ ਦੇਖਦੇ ਜਾ ਰਹੇ ਹਾਂ, ਕੀ ਸਿਰਫ ਕੱਲਾ ਚਰਖਾ ਹੀ ਸੱਭਿਆਚਾਰ ਰਹਿ ਗਿਆ? ਅੱਛਾ ਹਰਕੀਰਤ ਜੀ, ਆਪ ਸੱਭਿਆਚਾਰ ਦਾ ਇੱਕ ਨਿਖੜ ਮੰਗ ਹੈ ਵਿਆਹ ਸ਼ਾਦੀਆਂ ਜਾਂ ਅੰਗਰੇਜ਼ੀ 'ਚ ਕਹਿ ਲਓ ਵੈਡਿੰਗਸ ਮੈਰਿਜਸ। ਹੁਣ ਇੱਥੇ ਜਦੋਂ ਆਪਾਂ ਦੇਖਦੇ ਹਾਂ ਵਿਆਹ ਸ਼ਾਦੀਆਂ, ਕੁਝ ਸਮਾਂ ਪਹਿਲਾਂ ਹੁੰਦਾ ਸੀਗਾ ਵੀ ਚਲੋ ਇੱਥੇ ਮਸਰੂਫੀਅਤ ਕਰਕੇ ਲੋਕਾਂ ਕੋਲ ਸਮਾਂ ਨਹੀਂ ਸੀ ਹੁੰਦਾ, ਸੋ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਨਿਪਟਾ ਦਿੱਤਾ ਜਾਂਦਾ ਸੀ। ਪਰ ਹੌਲੀ ਹੌਲੀ ਹੁਣ ਜਿਹੜਾ ਇਹ ਵਿਆਹ ਸ਼ਾਦੀਆਂ ਇੱਥੇ ਤਕਰੀਬਨ ਇੱਕ ਹਫ਼ਤੇ ਦਾ ਜਿਹੜਾ ਪ੍ਰੋਗਰਾਮ ਬਣ ਗਿਆ, ਅੱਜ ਮਾਈਆਂ ਆ ਜੀ, ਅੱਜ ਲੇਡੀ ਸੰਗੀਤ ਹੈ, ਅੱਜ ਮੁੰਡੇ ਵਾਲਿਆਂ ਦੇ ਘਰੇ ਲੇਡੀ ਸੰਗੀਤ, ਅੱਜ ਕੁੜੀ ਵਾਲਿਆਂ ਦੇ, ਸੋ ਬੜਾ ਲੰਬਾ ਲੈ ਗਏ ਨੇ। ਜਿੱਥੇ ਇਹ ਫੰਕਸ਼ਨ ਲੰਬੇ ਹੋ ਗਏ ਨੇ, ਉੱਥੇ ਲਗਾਤਾਰ ਹੁਣ ਇਹਦਾ ਖਰਚੇ ਵੀ ਵੱਧਦੇ ਜਾ ਰਹੇ ਨੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਿਮਰਤ ਜੀ, ਇੰਡੀਆ ਦੇ ਵਿੱਚ ਇਹ ਚੀਜ਼ਾਂ ਮੈਂ ਸੁਣੀਆਂ ਸੀ, ਔਰ ਸ਼ਾਇਦ ਬਹੁਤ ਸਾਰੇ ਸਾਡੇ ਕਿਸਾਨ ਭਰਾਵਾਂ ਨੇ ਐਸ ਕਰਕੇ ਕਰਜ਼ੇ ਹੱਲੇ ਦੱਬ ਕੇ, ਕਿਉਂਕਿ ਉਹਨੇ ਆਪਣੇ ਬੱਚਿਆਂ ਦੇ ਵਿਆਹ ਕਰਨੇ ਸੀ, ਉਹ ਕਰਜ਼ਾ ਚੱਕਦੇ ਸੀ, ਕਰਜ਼ਾ ਨਹੀਂ ਉਤਾਰ ਪਾਉਂਦੇ ਸੀ, ਫਿਰ ਉਹ ਫਸਲ ਦਾ ਕਰਜ਼ਾ ਚੱਕਦੇ ਸੀ, ਫਿਰ ਉਹ ਵੀ ਨਹੀਂ ਉਤਾਰ ਪਾਉਂਦੇ ਸੀ, ਉਹਨੇ ਖੁਦਕੁਸ਼ੀਆਂ ਹੋਈਆਂ। ਅਸੀਂ ਫਿਰ ਉਸ ਹੀ ਤਰਫ ਤੁਰ ਪਏ ਹਾਂ। ਸੋ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਆਪਾਂ ਬਾਰ-ਬਾਰ ਇਸ ਚੀਜ਼ ਨੂੰ ਸੱਭਿਆਚਾਰ ਨੂੰ ਕਹਿੰਦੇ ਹਾਂ। ਸੱਭਿਆਚਾਰ ਸਿੰਪਲਿਸਿਟੀ ਹੈ। ਸਾਡੇ ਗੁਰੂਆਂ ਨੇ ਸਾਨੂੰ ਸਿੰਪਲਿਸਿਟੀ ਸਿਖਾਈ ਹੈ, ਨਾ ਕਿ ਆਹ ਚੀਜ਼ ਸਿਖਾਈ ਹੈ ਕਿ ਤੁਸੀਂ ਲੋਕ ਦਿਖਾਵਾ ਕਰਕੇ ਆਪਣੇ ਆਪ 'ਤੇ ਭਾਰ ਪਾਓ, ਆਪਣੀ ਲਾਈਫ ਨੂੰ ਇੰਨਾ ਕੰਪਲਿਕੇਟ ਕਰ ਲਓ, ਔਰ ਉਹੀ ਚੀਜ਼ਾਂ ਤੁਹਾਡੇ ਸਾਹਮਣੇ ਖੜੀਆਂ ਹੋਣ ਜਿਹੜੀਆਂ ਅਸੀਂ ਛੱਡ ਕੇ ਆਏ ਸੀ। ਅਲਟੀਮੇਟਲੀ ਤੁਹਾਨੂੰ ਖੁਦਕੁਸ਼ੀ ਵਰਗਾ ਜਿਹੜਾ ਘਿਨਾਉਣਾ ਕੰਮ ਕਰਨਾ ਪਵੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਦਰਸ਼ਕੋ ਪਲੀਜ਼, ਇਹ ਸਾਡੀ ਗੁਜ਼ਾਰਿਸ਼ ਹੈ। ਹਮੇਸ਼ਾ ਹਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਕੁਰੀਤੀਆਂ ਸਾਡੇ ਸਮਾਜ ਵਿੱਚ ਇੰਡੀਆ ਵਿੱਚ ਸੀ ਜਾਂ ਸਾਡੇ ਬੈਕ ਹੋਮ ਕੰਟਰੀ ਵਿੱਚ ਸਾਊਥ ਏਸ਼ੀਆ ਵਿੱਚ ਹੈ ਨੇ, ਜਿਹੜੀਆਂ ਮਾੜੇ ਰੀਤੀ ਰਿਵਾਜ ਨੇ, ਅਸਾਂ ਨੂੰ ਛੱਡਣਾ ਚਾਹੀਦਾ ਹੈ। ਦਹੇਜ ਕਰਕੇ ਕਿੰਨੀਆਂ ਜਿਹੜੀਆਂ ਧੀਆਂ ਲੋਕਾਂ ਦੀਆਂ ਹੈ ਨੇ, ਉਹ ਬਲੀ ਚੜ੍ਹ ਜਾਂਦੀਆਂ ਨੇ, ਜਾਂ ਕਿੰਨੇ ਘਰ ਖਰਾਬ ਹੁੰਦੇ ਨੇ। ਕੀ ਅਸੀਂ ਫਿਰ ਉਹੀ ਚੀਜ਼ ਸਭ ਕੁਝ ਇੱਥੇ ਵੀ ਕਰਨਾ ਚਾਹੁੰਦੇ ਹਾਂ? ਅਸੀਂ ਇੰਨੇ ਸੋਹਣੇ ਕੰਟਰੀ ਵਿੱਚ ਆਏ ਹਾਂ, ਸਾਨੂੰ ਇੰਨਾ ਮਾਡਰਨਾਈਜ਼ ਕੰਟਰੀ ਇਹ ਮਿਲਿਆ, ਜਿਹਦੇ ਰੀਤੀ ਰਿਵਾਜ ਇਹ ਕਹਿੰਦੇ ਨੇ ਕਿ ਤੁਸੀਂ ਸੈਲਫ ਸਸਟੇਨਡ ਹੋਣੇ ਚਾਹੀਦੇ ਹੋ, ਤੁਸੀਂ ਆਪਣੇ ਕਿਰਦਾਰ ਨੂੰ ਉੱਚਾ ਕਰੋ। ਹੁਣ ਜੇ ਆਪਾਂ ਹੁਣ ਕਿਉਂਕਿ ਆਪਣੇ ਵਿਆਹ ਸ਼ਾਦੀ ਦੀ ਗੱਲ ਕਰ ਰਹੇ, ਹੁਣ ਜੇ ਆਪਾਂ ਗੋਰਿਆਂ ਦੇ ਵਿਆਹ ਦੇਖੀਏ ਤਾਂ ਕਿੰਨੇ ਸਿੰਪਲ ਹੁੰਦੇ ਨੇ, ਉਹਨਾਂ ਦੇ ਵਿੱਚ ਕੋਈ ਇੰਨੀ ਕੰਪਲੈਕਸਿਟੀ ਨਹੀਂ ਹੁੰਦੀ ਦੇਖਣ ਨੂੰ ਮਿਲਦੀ ਆਪਾਂ ਨੂੰ ਵੀ ਆਪਾਂ ਫਲਾਣੇ ਨੂੰ ਆਹ ਦੇਣਾ ਜੀ, ਹੁਣ ਉਹਨੂੰ ਮੁੰਦੀ ਪਾਉਣੀ, ਉਹਨੂੰ ਉਹਦੀ ਮਿਲਣੀ ਕਰਨੀ ਆ, ਬੜੀ ਸਿੰਪਲ ਚੀਜ਼ ਦੇਖਣ ਨੂੰ ਮਿਲੇ। ਹਾਲਾਂਕਿ ਜਿਹੜੇ ਆਪਣੇ ਜਿਹੜੇ ਇਸ ਤਰ੍ਹਾਂ ਦੇ ਫੰਕਸ਼ਨ ਨੇ ਉਹ ਬੜੇ ਗੁੰਝਲਦਾਰ ਹੋਏ ਪਏ ਨੇ। ਦੇਖੋ ਸਿਮਰਤ ਜੀ, ਇੱਕ ਚੀਜ਼ ਮੈਂ ਹੋਰ ਗੱਲ ਕਹਿਣਾ ਕਿ ਆਪਾਂ ਹਮੇਸ਼ਾ ਇੱਕ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਸਿੱਖ ਮੈਰਿਜ ਐਕਟ ਹੈ, ਉਹ ਹਿੰਦੂ ਮੈਰਿਜ ਐਕਟ ਹੀ ਕਿਉਂ ਚੱਲ ਰਿਹਾ, ਸਿੱਖ ਮੈਰਿਜ ਐਕਟ ਕਿਉਂ ਨਹੀਂ ਚੱਲ ਰਿਹਾ? ਤਾਂ ਮੈਂ ਦਰਸ਼ਕਾਂ ਨੂੰ ਇੱਕ ਸਾਡੇ ਪ੍ਰੋਗਰਾਮ ਤੋਂ ਬਾਅਦ ਵੀ ਇਹ ਗੱਲ ਸੋਚਣ ਧਿਆਨ ਨਾਲ ਕਿ ਤੁਸੀਂ ਧਿਆਨ ਨਾਲ ਦੇਖੋ ਕਿ ਤੁਸੀਂ ਹਿੰਦੂ ਮੈਰਿਜ ਐਕਟ ਤਾਂ ਤੁਸੀਂ ਨਹੀਂ ਕਹਾਉਣਾ ਚਾਹੁੰਦੇ, ਤੁਸੀਂ ਸਿੱਖ ਮੈਰਿਜ ਐਕਟ ਕਹਾਉਣਾ ਚਾਹੁੰਦੇ ਹੋ, ਲੇਕਿਨ ਤੁਸੀਂ ਇਹ ਸੋਚੋ ਕਿ ਤੁਸੀਂ ਆਪਣੇ ਰੀਤੀ ਰਿਵਾਜ, ਵਿਆਹ ਸ਼ਾਦੀ, ਹਿੰਦੂਇਜ਼ਮ ਜਾਂ ਹਿੰਦੂ ਸਿੱਖ ਮੈਰਿਜ ਤੋਂ ਅਲੱਗ ਕੀ ਕਰ ਰਹੇ ਹੋ? ਕੀ ਜੋ ਗੁਰੂਆਂ ਨੇ ਸਿਖਾਇਆ ਉਹਦੇ ਹਿਸਾਬ ਨਾਲ ਆਪਣਾ ਵਿਆਹ ਕਰ ਰਹੇ ਹੋ, ਆਪਣੇ ਬੱਚਿਆਂ ਦਾ ਵਿਆਹ ਕਰ ਰਹੇ ਹੋ, ਜਾਂ ਤੁਸੀਂ ਉਹੀ ਜੋ ਸਦੀਆਂ ਤੋਂ ਜੋ ਚੱਲਿਆ ਆ ਰਿਹਾ ਉਹਦੇ ਹਿਸਾਬ ਨਾਲ ਕਰ ਰਹੇ ਹੋ? ਉਹ ਰੀਤੀ ਰਿਵਾਜ, ਉਹ ਕੱਪੜੇ, ਉਹ ਪਹਿਰਾਵਾ, ਉਹ ਸਾਰਾ ਕੁਛ ਉਹ ਤੁਸੀਂ ਸੇਮ ਕਰ ਰਹੇ ਹੋ? ਜੇ ਸੇਮ ਕਰੋ ਤੁਸੀਂ ਅਲੱਗ ਕਿਵੇਂ ਹੋ ਸਕਦੇ ਹੋ? ਤੁਸੀਂ ਕਿਵੇਂ ਕਹਿ ਸਕਦੇ ਹੋ ਸਾਡਾ ਸਿੱਖ ਮੈਰਿਜ ਐਕਟ ਅਲੱਗ ਬਣਾਓ ਜੀ? ਅਸੀਂ ਤਾਂ ਬਹੁਤ ਬਿਲਕੁਲ ਡਿਫਰੈਂਟ ਕਰ ਰਹੇ ਹਾਂ। ਤੁਸੀਂ ਸਾਰਾ ਕੁਝ ਉਹ ਚੀਜ਼ ਕਰ ਰਹੇ ਹੋ, ਫਿਰ ਤੁਸੀਂ ਕਹਿ ਰਹੇ ਹੋ ਅਸੀਂ ਅਲੱਗ ਹੋਣਾ ਚਾਹੁੰਦੇ ਹੋ? ਨੋ, ਦੈਟ ਇਜ਼ ਨਾਟ ਅ ਵੇ। ਅੱਛਾ ਹਰਕੀਰਤ ਜੀ, ਅੱਜ ਦੇ ਪ੍ਰੋਗਰਾਮ ਦਾ ਤਕਰੀਬਨ ਸਮਾਂ ਸਮਾਪਤੀ ਵੱਲ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਸਮਰਤ ਜੀ। ਦਰਸ਼ਕੋ, ਤੁਸੀਂ ਵੀ ਜਿਹੜਾ ਅੱਜ ਦਾ ਵਿਸ਼ਾ ਸੀ ਸੱਭਿਆਚਾਰ, ਇਹਦੇ ਤੇ ਵਿਚਾਰ ਕਰਿਓ। ਤੁਸੀਂ ਆਪਣੇ ਵਿਚਾਰ ਵੀ ਸਾਡੇ ਤੱਕ ਪਹੁੰਚਾ ਸਕਦੇ ਹੋ, ਫੋਨ ਨੰਬਰ ਜਾਂ ਈਮੇਲ ਜ਼ਰੀਏ ਤੁਸੀਂ ਆਪਣੇ ਜਿਹੜੇ ਵਿਚਾਰ ਨੇ, ਸੁਜੈਸ਼ਨਸ ਨੇ ਸਾਡੇ ਤੱਕ ਪਹੁੰਚਾ ਸਕਦੇ ਹੋ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵਾਂ ਸਟਾਰ ਟਾਕ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।